फिर तुम सियाने जी समय लगी कि नहीं लगी अगवाई सुनागे हाँ अगवाई सुनागे कैमरा ਉੱਥੇ ਨਾ ਜੈ ਮਸੀਹ ਜੀ ਭੈਣ ਭਾਈ ਜੈ ਮਸੀਹ। ਮੈਂ ਕਿ ਯਾਰ ਸੈੱਟ ਕਰ ਮੈਨੂੰ ਨਹੀਂ ਆਵਾਜ਼ ਸੁਣਦੀ ਤੁਹਾਨੂੰ ਕਿਤੋਂ ਸੁਣੇਗੀ ਸੰਤ ਨੂੰ ਜੈ ਮਸੀਹ ਦੀ ਸਾਰਿਆਂ ਨੂੰ ਜੈ ਮਸੀਹ ਦੀ। ਹਾਂਜੀ ਹਾਂਜੀ ਇਹਨਾਂ ਜਦੋਂ ਵੀ ਇਸ ਤਰ੍ਹਾਂ ਕਰਕੇ ਹੀ ਨਾ ਘਰ ਦੇ ਵਿੱਚ ਹਾਲਾਤ ਵੀ ਇਹਦਾ ਪਾਪਾ ਇਸ ਤਰ੍ਹਾਂ ਹੋ ਗਏ ਸੀ ਤੇ ਬਾਅਦ ਵਿੱਚ ਮੈਂ ਜਰਾ ਆਪ ਮੂੰਹ ਲਾਗੇ ਫੜ ਕੇ ਰੱਖੋ ਤੁਸੀਂ ਆਪ ਆਓ ਮੈਂ ਪਹਿਲਾਂ ਵੀ ਬਹੁਤ ਮੈਂ ਖੇਡਦੀ ਜਿੱਥੇ ਜਾਨੀ ਬਹੁਤ ਖੇਡਦੀ ਹਾਂ ਮੈਂ। ਹਾਂਜੀ ਇੱਥੇ ਵੀ ਸਾਡੇ ਘਰ ਇੱਕ ਮਿਸਤਰੀ ਆਇਆ ਲੱਕੜ ਵਾਲਾ ਤੇ ਉਹਨੇ ਆਂਦਾ ਵੀ ਤੂੰ ਭੈਣ ਇਸ ਤਰ੍ਹਾਂ ਕਰ ਵੀ ਤੂੰ ਚਰਚ ਜਾਇਆ ਕਰ। ਮੈਂ ਕਿਹਾ ਆਪਾਂ ਤੇ ਹੋ ਰਿਆਂ ਘੁਮਿਆਰਿਆਂ ਤੇ ਆਪਾਂ ਸਾਡੇ ਆਂਢ ਗੁਆਂਢ ਵੀ ਨਫ਼ਰਤ ਕਰਦਾ ਵਾ ਤੇ ਕੀ ਕਰਾਂਗੀ। ਆਂਦੇ ਕੋਈ ਗੱਲ ਨਹੀਂ ਆਪੇ ਪ੍ਰਭੂ ਸਾਂਭ ਲੂਗਾ ਤੂੰ ਜਾਇਆ ਕਰ। ਮੈਂ ਉਦੋਂ ਦੀ ਫਿਰ ਇੱਥੇ ਹੁੰਨੀ ਆ ਤੇ ਜਦੋਂ ਆਈ ਤੁਹਾਡੇ ਜੀਵਨ ਸਾਥੀ ਜੀ ਜਦੋਂ ਡੈਥ ਹੋਈ ਆ ਕਿਹੜੇ ਸਾਲ ਚ ਹੋਈ ਆ 2010 ਚ 2010 ਵਿੱਚ ਤੇ ਡੈਡੀ ਦੀ ਡੈਥ ਹੋਈ। ਉਸ ਤੋਂ ਬਾਅਦ ਦੁਸ਼ਟ ਆਤਮਾ ਨੇ ਬਹੁਤ ਉਹਨਾਂ ਦੀ ਡੈਥ ਕਿੱਦਾਂ ਹੀ ਉਹਨਾਂ ਨੂੰ ਕੀ ਪ੍ਰੋਬਲਮ ਹੋਈ ਸੀ ਉਹਨਾਂ ਨੂੰ ਮਤਲਬ ਵੈਸੇ ਤਾਂ ਬੁਖਾਰ ਹੋਇਆ ਸੀ ਸ਼ਰਾਬ ਬਹੁਤ ਜ਼ਿਆਦਾ ਪੀਂਦੇ ਸੀਗੇ ਤੇ ਕਹਿੰਦੇ ਕਿ ਕੁੱਤੇ ਨੇ ਵੱਢਿਆ ਵੈਸੇ ਕੁੱਤੇ ਨੇ ਨਹੀਂ ਸੀ ਵੱਢਿਆ ਉਹ ਸ਼ਰਾਬ ਦੇ ਕਰਕੇ ਜ਼ਿਆਦਾ ਹੀ ਹੋ ਗਿਆ ਸੀਗਾ ਹਾਂ ਇਸੇ ਕਰਕੇ ਉਹਨਾਂ ਦੀ ਡੈਥ ਹੋ ਗਈ। ਉਸ ਤੋਂ ਬਾਅਦ ਉਹ ਅਟੈਕ ਬਾਅਦ ਤੁਹਾਡੀ ਮੰਮੀ ਤੇ ਹੋਣੇ ਸ਼ੁਰੂ ਹੋਏ। हाँ दसो तुसीं अपने तुहानूं की हुंदा सी जद दुष्ट आत्मा ਜਿਹੜਾ ਕੋ ਬੋਲਦਾ ਹੀ ਹੁੰਦਾ ਤੁਹਾਡੇ ਘਰ ਜਗ੍ਹਾ ਤੁਸੀਂ ਜਗ੍ਹਾ ਨੂੰ ਮੰਨਿਆ ਕਰੋ ਜਗ੍ਹਾ ਨੂੰ ਮੰਨਿਆ ਕਰ ਮੈਂ ਜਗ੍ਹਾ ਨੂੰ ਨਹੀਂ ਭਾਰ ਨਹੀਂ ਚੁੱਕ ਸਕਦੀ ਮੈਂ ਨਹੀਂ ਜਗ੍ਹਾ ਮੰਨਣੀ ਹੈਗੀ। ਹਾਂ ਹਾਂ ਫਿਰ ਸੱਪ ਨਿਕਲਣੇ ਸ਼ੁਰੂ ਹੋ ਗਏ ਵੇਰੇ ਚ ਵੀ ਤੁਰੇ ਫਿਰ ਨਿਕੇ ਜੀਂਦੇ ਵੇਨੀ ਹਾਂ ਤੇ ਜਦੋਂ ਮੁੜ ਬਾਅਦ ਚ ਵੇਨੀ ਹਾਂ ਤੇ ਮਰ ਜਾਂਦੇ ਸੀ ਵੇਨੀ ਜੀਂਦੇ ਹੁੰਦੇ ਤੁਰੇ ਫਿਰਦੇ ਜਦੋਂ ਬਾਅਦ ਚ ਵੇਨੀ ਮਰ ਜਾਂਦੇ ਸੀ। ਥੋੜਾ ਮੈਕ ਬਣਾ ਦੀ ਯਾਰ ਜਦੋਂ ਦੇ ਸੰਤ ਘਰ ਜਾਂਦੇ ਹੁਣ ਨਹੀਂ ਬਿਲਕੁਲ ਵੀ ਨਜ਼ਰ ਨਹੀਂ ਆਉਂਦੇ ਨਾ ਹੁਣ ਦੇਖਦੇ ਹੀ ਆ ਕਿਤੇ ਕਿਤੇ ਆ ਸਾਲ ਪਿੱਛੋਂ ਕਿਤੇ ਆ ਜਾਣਾ ਅਬਲ ਦੇ ਨਹੀਂ ਆਉਂਦੇ ਹੁਣ ਉਹ ਕੋਈ ਨਹੀਂ ਅਚਾਨਕ ਆ ਜੇ ਕੋਈ ਟੈਨਸ਼ਨ ਨਹੀਂ ਇਹੋ ਜਿਹੀ ਗੱਲ ਦੀ ਸੱਪ ਸੁੱਪ ਨਿਕਲਦੀ ਤੇ ਟੈਨਸ਼ਨ ਨਹੀਂ ਲਈਦੀ ਕਿਉਂਕਿ ਵੇਖੋ ਚੀਜ਼ ਆ ਕਦੀ ਵੀ ਕਿਸੇ ਦੇ ਘਰ ਗੇਟ 'ਚ ਲੰਘ ਸਕਦੀ ਹੈ ਇਹਦਾ ਮਤਲਬ ਕਿ ਸੱਪ ਨਹੀਂ ਆਉਣਾ ਚਾਹੀਦਾ ਸਾਡੇ ਘਰ ਪੇਟੀ 'ਚ ਨਹੀਂ ਨਿਕਲਣਾ ਚਾਹੀਦਾ। ਇਹ ਕੀ ਹੋਇਆ ਮੈਨੂੰ ਸਮਝ ਨਹੀਂ ਲੱਗਣ ਦੀ ਫਿਰ ਕੀ ਸੱਪ ਆ ਗਿਆ ਤੇ ਤਾਂ ਕੀ ਹੋ ਗਿਆ ਵਾ ਜਗ੍ਹਾ ਕਰਕੇ ਹੀ ਨਾ ਕੋਈ ਟੈਨਸ਼ਨ ਨਹੀਂ ਇਹਨਾਂ ਗੱਲਾਂ ਦੀ ਮੈਂ ਨਾ ਕਿ ਗੱਲਾਂ ਦਾ ਕੋਈ ਮੈਂ ਨਾ ਕੋਈ ਮਤਲਬ ਹੀ ਨਹੀਂ ਹੈਗਾ ਤੇ ਬਹੁਤ ਮੈਂ ਇੱਥੇ ਖੇਡਦੀ ਹਾਂ ਫਿਰ ਸੰਤਾਂ ਨੇ ਵੱਡਿਆਂ ਨੇ ਵੀ ਦੱਸਿਆ ਕਿੰਨੀ ਦੇਰ ਤੋਂ ਤੁਸੀਂ ਖੇਡ ਰਹੇ ਸੀ ਕਿੰਨੀ ਹੁੰਦੀ ਖੇਡਦੀ ਹਾਂ ਬੜੇ ਚਿਰ ਤੋਂ ਖੇਡੇ ਸਿਆਣੇ ਕੋ ਗਏ ਕਦੀ ਬਹੁਤ ਜ਼ਿਆਦਾ ਜਿੱਥੇ ਘਰ ਵਾਲੇ ਮੈਨੂੰ 10 ਪੈਣੇ ਉੱਥੇ ਲੈ ਜਾ ਜਿੱਥੇ 10 ਪੈਣੇ ਉੱਥੇ ਲੈ ਜਾ ਸੁਣੋ ਬਈ ਧਿਆਨ ਦੇ ਕੇ ਸਾਰੇ ਹਾਂਜੀ 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 ਉੱਥੇ ਵੀ ਆਏ ਹੋਏ ਮਨੇ ਦੱਸਣਾ ਵੀ ਜੇ ਤੁਸੀਂ ਸ਼ਰਾਬ ਨਾ ਪੀਆ ਕਰੋ ਪਰ ਸ਼ਰਾਬ ਪੀ ਲਿਆ ਕਰਨੀ। ਹਾਂ ਇੱਥੇ ਵੀ ਜਦੋਂ ਮੈਂ ਇੱਥੇ ਵੀ ਬਹੁਤ ਪੇਲਦੀ ਹਾਂ ਉਹ ਹਵੇਲੀ 'ਚ ਵੀ ਬੜਾ ਮੈਂ ਖੇਡੀ ਹਾਂ ਇੱਧਰ ਵੀ ਬੜਾ ਖੇਡੀ ਹਾਂ ਇੱਥੇ ਇਹਨਾਂ ਦੇ ਸੰਤਾਂ ਦੇ ਘਰੇ ਵੀ ਬੜਾ ਮੈਂ ਖੇਡੀ ਹਾਂ ਹੁਣ ਮੈਨੂੰ ਬਚਾ ਹੁਣ ਨਹੀਂ ਮੈਂ ਖੇਡਦੀ। ਕਿੰਨਾ ਚਿਰ ਹੋ ਗਿਆ ਤੁਸੀਂ ਬਿਲਕੁਲ ਓਕੇ ਹੋ ਚੁੱਕੇ ਤੁਸੀਂ ਜਦੋਂ ਦੇ ਅੜੇ ਖੜੇ ਰਹੇ 2 ਸਾਲ ਹੋ ਗਏ ਹੁਣ ਨਹੀਂ ਮੈਂ ਖੇਡਦੀ। 2 ਸਾਲ ਖੇਡ ਤੁਹਾਡੀ ਪਹਿਲੇ ਤੋਂ ਬੰਦ ਹੋ ਚੁੱਕੀ ਪਹਿਲੇ ਹੋ ਚੁੱਕੀ ਮੈਨੂੰ ਪਤਾ ਬੜੀ ਦੇਰ ਦੀ ਬੰਦ ਆ। ਹਾਂਜੀ ਉਸ ਤੋਂ ਬਾਅਦ ਤੁਹਾਨੂੰ ਪ੍ਰਭੂ ਨੇ ਘਰ ਨਾਲ ਬਲੈਸ ਕੀਤਾ ਕਮਰਿਆਂ ਨਾਲ ਬਲੈਸ ਕੀਤਾ ਸਭ ਤੋਂ ਪਹਿਲਾਂ ਕਿ ਤੁਹਾਡੀ ਬੇਟੀ ਨੂੰ ਵੀ ਪ੍ਰਭੂ ਨੇ ਦੁਸ਼ਟ ਆਤਮਾ ਤੋਂ ਛੁਟਕਾਰਾ ਦਿੱਤਾ। ਹਾਂਜੀ ਤੁਹਾਨੂੰ ਦੁਸ਼ਟ ਆਤਮਾ ਤੋਂ ਛੁਟਕਾਰਾ ਦਿੱਤਾ। ਉਸ ਤੋਂ ਬਾਅਦ ਤੁਹਾਨੂੰ ਘਰ ਬਣਾ ਕੇ ਦਿੱਤਾ ਤੁਹਾਡਾ ਕੰਧਾਂ ਬਹੁਤ ਛੋਟੀਆਂ ਹੁੰਦੀਆਂ ਸੀ। ਤੇ ਮੈਂ ਤਾਂ ਸੋਣਾ ਬੜਾ ਡਰਨਾ ਮੈਂ ਧੀਆਂ ਵਾਲੀ ਮੈਂ ਕੀ ਕਰੂੰਗੀ ਰੱਬਾ ਮੇਰੇ ਨਾਲ ਵਲਕਨ ਕਰ ਦੋ। ਹਾਂ ਵੱਡਾ ਸੰਤ ਗਿਆ ਤਾਂ ਕਹਿੰਦਾ ਕੋਈ ਗੱਲ ਨਹੀਂ ਭੈਣ ਹੋ ਜੂਗੀ। ਹਾਂ ਇਹਦੀ ਐਸੀ ਕਿਰਪਾ ਆਈ ਆਉਂਦੇ ਜਦੋਂ ਹੁਣ ਆ ਗਏ ਸਾਰਾ ਕੁਝ ਬਣਿਆ ਹੁਣ ਜਦੋਂ ਗਏ ਆ। ਹਾਂਜੀ ਹੋਰ ਇੱਕ ਇਹਨਾਂ ਨੂੰ ਦੱਸੋ ਵੀ ਅਸੀਂ ਘਰ ਵਿੱਚ ਕੀ ਕਰਦੇ ਜਦੋਂ ਸਾਡੇ 10 ਮਹੀਨੇ ਬਾਅਦ ਆਉਂਦੇ ਆ ਜਾਂ 2 ਮਹੀਨੇ ਬਾਅਦ ਆਪਾਂ ਉਹਨਾਂ ਨੂੰ ਘਰ 'ਚ ਬੁਲਾਉਣੇ ਜਾਂ ਮਹੀਨੇ ਬਾਅਦ ਬੁਲਾਉਣੇ ਆ ਤੁਸੀਂ ਜੀਸਸ ਮਿਨਿਸਟਰੀ ਵਾਸਤੇ ਕੀ ਕੀਤਾ ਆਪਣੇ ਘਰ ਵਿੱਚ ਕੀ ਕਰਦੇ ਤੁਸੀਂ ਇਹ ਦੱਸੋ ਤੂੰ ਬੇਟਾ ਤੂੰ ਦੱਸ ਤੂੰ ਮੈਕ ਪਕੜ ਜਰਾ ਤੂੰ ਬੋਲ। ਜਦ ਵੀ ਸੰਤ ਸਾਡੇ ਘਰ ਆਉਂਦੇ ਆ ਆਪਾਂ ਜਿਹੜਾ ਇਹਨਾਂ ਦਾ ਜਸਵੰਦ ਰੱਖਿਆ ਹੁੰਦਾ ਆਪਾਂ ਇਹਨਾਂ ਨੂੰ ਦਿੰਦੇ ਨੇ। ਹਾਂ ਤੁਸੀਂ ਗੱਲਾਂ ਲਗਾ ਇਹਨਾਂ ਨੂੰ ਇਹ ਦੱਸੋ ਕਿਸ ਤਰੀਕੇ ਨਾਲ ਤੁਸੀਂ 10ਵਾਂ ਹਿੱਸਾ ਕੱਢਦੇ ਜੀ ਇਹ ਦੱਸੋ ਸਾਰਿਆਂ ਨੂੰ। ਆਪਾਂ ਜਿੰਨੇ ਵੀ ਜੀ ਕੰਮ ਕਰਦੇ ਆ ਆਪਾਂ ਆਪਣਾ ਸਾਰਾ ਜਾਣੇ ਆਪੋ ਆਪਣਾ ਹਿੱਸਾ ਕੱਢਦੇ ਆ। ਹਾਂ ਹਾਂ ਫਿਰ ਕਿੰਨੀ ਦੇਰ ਬਾਅਦ ਤੁਸੀਂ ਆਪਣੇ ਬਦਾਸਾਂ ਨੂੰ ਘਰ ਬੁਲਾਉਂਦੇ ਮਹੀਨੇ ਬਾਅਦ ਜਾਂ 1.5 ਮਹੀਨੇ ਬਾਅਦ। ਕਿੰਨੇ ਲੋਕਾਂ ਨੇ ਸੁਣਿਆ ਜਿੰਨੇ ਗੱਲਾਂ ਲਾਇਆ ਵਾ 10ਵਾਂ ਹਿੱਸਾ ਦਿੰਦਾ ਵਾ ਪ੍ਰੇਰ ਕਰਦਾ ਉਹਨੂੰ ਕੋਈ ਵਧਣ ਤੋਂ ਰੋਕ ਕੀ ਆ ਕਿਉਂਕਿ ਪ੍ਰਭੂ ਦੇ ਵਚਨ ਲਓਗੇ ਦੋਗੇ ਤੇ ਦਿੱਤਾ ਜਾਏਗਾ। ਇਹ ਗਵਾਹੀ ਮੈਂ ਕਿਉਂ ਕਰਵਾਈ ਆ ਕਿ ਤੁਹਾਨੂੰ ਵੀ ਪਤਾ ਹੋਣਾ ਚਾਹੀਦਾ ਵੀ ਗੱਲੇ ਆਪਾਂ ਵੀ ਪ੍ਰਭੂ ਦੇ ਭਵਨ ਚ ਜਗ੍ਹਾ ਵਾ ਆਪਾਂ ਬੈਠੇ ਇੱਥੇ ਤੁਹਾਨੂੰ ਪਤਾ ਇਹਨੇ ਲੋਕ ਨਹੀਂ ਬਹਿ ਸਕਦੇ। ਹੁਣ ਵੇਖੋ ਜਗ੍ਹਾ ਵਾਸਤੇ ਆਪਾਂ ਕਿੰਨਾ ਕਦਰ ਕਰਨ ਦੇ ਆ ਕਿ ਸਾਡੀ ਜਗ੍ਹਾ ਹੋ ਜਾਈਏ ਆਪਣੀ ਜਗ੍ਹਾ ਤੇ ਜਾਈਏ ਸਮਝ ਲੱਗੇਗੀ ਨਹੀਂ ਕਿਉਂਕਿ ਘਰ ਜਿਹੜੇ ਘਰਾਂ 'ਚ ਨਹੀਂ ਕੰਮ ਹੁੰਦੇ ਇਹ ਮੈਦਾਨਾਂ ਦੇ ਵਿੱਚ ਕੰਮ ਹੁੰਦੇ ਆ। ਬਾਕੀ ਵੇਖੋ ਭੈਣ ਭਰਾਵੋ ਗਰੀਬ ਤੋਂ ਗਰੀਬ ਜਿਹੜਾ ਖੁਦਾ ਦੇ ਕੰਮਾਂ ਲਈ ਬੀਜ ਦੇ ਰਿਹਾ ਖੁਦਾ ਦੇ ਕੰਮ ਵਧਾਉਣ ਲਈ ਜਿਹੜਾ ਦੇਵੇਗਾ ਉਹਨੂੰ ਦਿੱਤਾ ਵੀ ਗਿਆ। ਤੁਸੀਂ ਮੰਨ ਲਓ ਤੁਸੀਂ ਤੋਬਾ ਕਰਨੀ ਆ ਉਹ ਤੁਹਾਨੂੰ ਫ੍ਰੀ 'ਚ ਮਿਲੇਗੀ ਉਧਾਰ ਤੁਹਾਡਾ ਫ੍ਰੀ 'ਚ ਆ। ਜੇ ਤੁਸੀਂ ਕਹਿੰਦੇ ਕਿ ਅੱਜ ਮੇਰਾ ਆ ਬਣੇ ਉਹਦੇ ਵਾਸਤੇ ਤੁਹਾਨੂੰ ਆਪਣਾ ਤਾਇਦ ਆਪਣਾ ਦਾਨ ਦੇਣਾ ਪੈਣਾ।
ਜਿਹੜੇ ਲੋਕ ਆਫਰਿੰਗ ਨਹੀਂ ਦਿੰਦੇ, ਖੁਦਾ ਦੇ ਕੰਮਾਂ ਲਈ ਹੱਥ ਨਹੀਂ ਵਧਾਉਂਦੇ, ਬੀਜ ਨਹੀਂ ਦਿੰਦੇ ਭਵਨ ਦੇ ਕੰਮਾਂ ਲਈ, ਤਾਂ ਸਮਝ ਲਓ ਅਮੀਰ ਨਹੀਂ ਕਦੀ ਹੋ ਸਕਦੇ, ਕਰਜ਼ੇ ਤੋਂ ਤਾਂ ਕਦੀ ਨਹੀਂ ਨਿਕਲ ਸਕਦੇ, ਤੇ ਘਰ ਦਾ ਸ਼ੌਂਕ ਤਾਂ ਕਦੀ ਰੱਖ ਨਹੀਂ ਨਾ ਸਕਦੇ, ਨਾਲ ਹੋਣਾ ਹੀ ਆ। ਕਿਉਂਕਿ ਪ੍ਰਭੂ ਨੇ ਘਰ 'ਚ ਦੇਣ ਦੇ ਨਾਲ ਸ਼ਰਾਬ ਟੁੱਟਦੇ ਆ, ਸ਼ਰਾਬ ਟੁੱਟਦੇ ਖੁਦਾ ਦੇ ਕੰਮਾਂ 'ਚ। ਵੇਖੋ ਇਹ ਦਾਨ ਜਿਹੜਾ ਸਾਡੇ ਵਾਸਤੇ ਨਹੀਂ ਆ। ਅੱਜ ਤੁਸੀਂ ਦੇਖ ਰਹੇ ਸਾਊਂਡ ਚੱਲ ਰਿਹਾ, ਕੈਸੀਓ ਚੱਲ ਰਿਹਾ, ਕੈਮਰੇ ਚੱਲ ਰਿਹਾ, ਵੇਖੋ ਸਿਸਟਮ, ਇਹ ਤੁਹਾਡੇ ਦਾਨ ਦੇ ਨਾਲ ਹੀ ਖੁਦਾ ਨੇ ਸਾਰਾ ਕੁਝ ਦਿੱਤਾ ਵਾ। ਸਮਝ ਲੱਗੀ ਕਿ ਨਹੀਂ ਲੱਗੀ? ਵਿਧਵਾ ਵਾ ਭੈਣ, ਪਰ ਸਾਰਾ ਪਰਿਵਾਰ ਵਫਾਦਾਰ ਆ, ਖੁਦਾ ਦੇ ਕੰਮਾਂ ਲਈ ਦਿੰਦੇ ਆ, ਤੇ ਪ੍ਰਭੂ ਇਹਨਾਂ ਨੂੰ ਘੱਟ ਰਹਿਣ ਕੀ ਆ। ਤੇ ਜੇ ਆਪਾਂ ਨਹੀਂ ਦਵਾਂਗੇ, ਆਪਾਂ ਕੇਸ ਮਾਰ ਛੱਡਾਂਗੇ, ਆਪਾਂ ਡਿੱਕਾਂਗੇ ਪ੍ਰਭੂ ਦਵੇ, ਤੇ ਖੁਦਾ ਨੇ ਕਹਿਣਾ ਸਭ ਤੋਂ ਪਹਿਲਾਂ ਆਪਣੇ ਹਿਰਦੇ ਨੂੰ ਸਹੀ ਕਰ। ਬਾਈਬਲ 'ਚ ਲਿਖਿਆ ਪ੍ਰਭੂ ਦੇਣ ਵਾਲੇ ਵਿਅਕਤੀ ਨੂੰ ਕੀ ਕਰਦਾ? ਕਹਿੰਦੇ ਅੱਜ ਵੇਖੋ ਖੁਦਾ ਕਿੱਥੇ ਲੈ ਗਿਆ ਇਹਨਾਂ ਨੂੰ। ਹੈਲੋ, ਮੇਰੇ ਕੋਲ ਕੰਮ ਨਹੀਂ ਕੋਈ ਹੈਗਾ, ਤੇ ਫਿਰ ਮੈਨੂੰ ਸਕੂਲੇ ਆਵਾਜ਼ ਪਈ, ਮੈਂ ਸਕੂਲੇ ਫਿਰ ਕੰਮ ਕਰਦੀ ਆ। ਬੜਾ ਚਿਰ 1700 ਤੇ ਰਹੀ ਆ, ਤੇ ਐਰਗਾ ਪ੍ਰਭੂ ਨੇ ਮੈਨੂੰ 2200 ਰੁਪਇਆ ਦਵਾਇਆ, 500 ਰੁਪਇਆ ਵਧਾਇਆ ਹੈ। ਕਿੰਨੇ ਲੋਕ ਸੁਣਦੇ ਆ? ਜੇ ਤੁਸੀਂ ਵਧਾਓਗੇ ਤਾਂ ਪ੍ਰਭੂ ਤੁਹਾਨੂੰ ਵੀ ਕੀ ਕਰੇਗਾ? ਕਿਉਂਕਿ ਇੱਥੇ ਦੇਣ ਦੇ ਨਾਲ ਹੀ ਮੇਰੇ ਭੈਣ ਭਰਾ, ਮੈਂ ਇਹਨਾਂ ਨੂੰ ਕਿਉਂ ਖੜੇ ਕੀਤਾ? ਇਹ ਸਿਸਟਰ ਨੂੰ ਖੁਦਾ ਨੇ ਪਹਿਲੇ ਪੜਾਈ ਨਾਲ ਬਲੈਸ ਕੀਤਾ। ਯਾਰ ਦੂਜਾ ਸਟੈਂਡ ਉੱਤੇ ਖੜਾ ਰਹਿੰਦੇ ਆ, ਇਹਨੂੰ ਕਿਉਂ ਫੜਨ ਦਿਆ ਹੁੰਦਾ? ਹਾਲੇਲੂਇਆ। ਤੇ ਗੁੱਡੀਆਂ ਵੀ ਪਹਿਲਾਂ 3000 ਲੈਂਦੀ ਸੀ, ਤੇ ਮੁੜ ਕੇ ਉਹਨਾਂ ਨੇ 5000 ਕਰਤਾ, ਤੇ ਹੁਣ ਉਹਨਾਂ ਦੀ ਸਲਾਹ ਵੀ ਇਹ ਗੁੱਡੀਆਂ ਕੰਮ ਚੰਗਾ ਕਰਦੀ, ਹੁਣ 7000 ਕਰ ਦਈਏ। ਕਿੰਨੇ ਲੋਕ ਸੁਣਦੇ ਆ? ਜੇ ਪ੍ਰਭੂ ਦੇ ਨਾਲ ਰਿਸ਼ਤਾ ਕਾਇਮ ਰਹੇਗਾ, ਦੋਗੇ ਤੇ ਦਿੱਤਾ। ਜੇ ਵਿਧਵਾ ਦਿੰਦੀ ਆ ਤੇ ਫਿਰ ਦੂਜਿਆਂ ਨੂੰ ਵੀ ਦੇਣ ਦੀ ਕੀ ਆ? ਮੇਰੇ ਭੈਣ ਭਰਾ, ਜਿੱਦਾਂ ਤੁਹਾਡਾ ਹੁੰਦਾ ਉਦਾਂ ਸਾਡੇ ਪ੍ਰਭੂ ਦੇ ਕੰਮਾਂ 'ਚ ਜਾਂਦਾ। ਅਸੀਂ ਕੋਲ ਨਹੀਂ ਰੱਖਦੇ, ਨਾ ਸਾਨੂੰ ਪੈਸੇ ਨਾ ਪਿਆਰ ਆ, ਅਸੀਂ ਕੰਮ ਕਰਦੇ ਆ ਪ੍ਰਭੂ ਦੇ ਕੰਮਾਂ ਲਈ। ਆ ਸਾਨੂੰ ਜਗ੍ਹਾ ਦੀ ਲੋੜ ਆ, ਕਿਉਂਕਿ ਉਹਦੇ ਵਿੱਚ ਆਪਾਂ ਵੱਧ ਤੋਂ ਵੱਧ, ਇਹ ਨਹੀਂ ਕਿ ਆਪਾਂ 500 ਦੇਣਾ, ਜਿੰਨਾ ਵੱਧ ਦੇ ਸਕਦੇ ਵੱਧ ਦੋ, ਕਿਉਂਕਿ ਬਹੁਤ ਜਲਦ ਆਪਾਂ ਇਹ ਕੰਮ ਕਰਨ ਜਾ ਰਹੇ ਆ। ਹੁਣ ਚੁੱਕਣਾ ਤੇ ਕਰਜ਼ਾ ਹੀ ਪੈਣਾ ਵਾ, ਉਹ ਦਿਖਣ ਡਿਆ ਵਾ। ਕਿਉਂਕਿ ਇਹ ਕੰਮ ਕਰਨ ਵਾਸਤੇ ਜੇ 500 ਦੀ ਸਪੀਡ ਤੇ ਚੱਲਾਂਗੇ, ਫਿਰ ਮੇਰੇ ਹਿਸਾਬ ਨਾਲ ਮੇਰੇ ਵੀ ਸਿਰ ਤੇ ਧੌਲੇ ਸਾਰੇ ਆ ਜਾਣੇ ਆ, ਤੁਹਾਨੂੰ ਪਤਾ ਵਾ। ਕਿਉਂਕਿ ਇਹ ਕੰਮ ਕਰਨ ਵਾਸਤੇ ਸਪੀਡ 'ਚ ਜਾਣਾ ਪੈਣਾ ਆਪਾਂ ਨੂੰ, 500 ਦੀ ਸਪੀਡ ਨਹੀਂ ਆ। ਪਰ ਬਹੁਤ ਸਾਰੇ ਭੈਣ ਭਰਾ ਜਿਹੜੇ 500 ਦੇਣ ਤੇ ਵੀ ਤੀਸਰਾ ਮਹੀਨਾ ਚੜ ਗਿਆ, ਅੱਜ ਉਹਨਾਂ ਦੇ 1 ਮਹੀਨੇ ਦੇ ਪੈਸੇ ਵੀ ਨਹੀਂ ਆਏ। ਸਮਝ ਲੱਗੀ? ਜੇ ਮੈਂ ਬਾਰ-ਬਾਰ ਬੋਲਦਾ ਸੋਚਦੇ ਯਾਰ ਬਾਰ-ਬਾਰ ਬੋਲਦੇ, ਸਾਡੇ ਕੋਲ ਤਾਂ ਆਪ ਨਹੀਂ ਹੈਗੇ, ਤੁਹਾਨੂੰ ਕਿੱਥੋਂ ਦਈਏ? ਤੇ ਪ੍ਰਭੂ ਨੇ ਵਿਧਵਾ ਨੂੰ ਕੀ ਬੋਲਿਆ ਸੀ? ਉਦੋਂ ਕੁਝ ਜਿੰਨਾ ਹੈਗਾ ਉਹਨੇ ਸਾਰੇ ਦਾ ਸਾਰਾ ਹੀ ਪ੍ਰਭੂ ਦੇ ਘਰ 'ਚ ਕੀ ਕਰਤਾ? ਉੱਥੇ ਲਿਖਿਆ ਸ਼ਾਹੂਕਾਰਾਂ ਨੇ ਕੀ ਆਖਿਆ? ਆਂਦੇ ਸਾਡਾ ਪ੍ਰਭੂ ਨੇ ਨਾ ਹੀ ਨਹੀਂ ਕੀਤਾ। ਪ੍ਰਭੂ ਨੇ ਆਖਿਆ ਤੁਸੀਂ ਫਜ਼ੂਲ ਚੋਂ ਪਾਇਆ ਤੇ ਬਾਕੀ ਬਚਾ ਕੇ ਕੀ ਕਰ ਲਿਆ? ਰੱਖ ਲਿਆ। ਪਰ ਇਹਨੇ ਸਾਰੇ ਦਾ ਸਾਰਾ ਹੀ ਕੀ ਕਰ ਦਿੱਤਾ? ਤੇ ਪ੍ਰਭੂ ਨੇ ਤੇ ਦਾਨ ਨੂੰ ਕੀ ਕੀਤਾ ਹੀ? ਕਿੰਨੇ ਲੋਕਾਂ ਨੂੰ ਸਮਝ ਲੱਗੀ ਆ? ਦਓਗੇ ਤੇ ਦਿੱਤਾ ਜਾਏਗਾ। ਮੇਰੇ ਭੈਣ ਭਰਾਵੋ, ਦੱਬ ਦੱਬ ਕੇ, ਖਲਾ ਕੇ, ਡੁੱਲਦਾ ਪ੍ਰਭੂ ਨੇ ਆਖਿਆ ਮੈਂ ਤੁਹਾਡੇ ਪੱਲੇ ਕੀ ਕਰਾਂਗਾ? ਇਹ ਗਰੀਬ ਆ। ਜਦੋਂ ਮੈਂ ਵੇਖਣਾ ਛੋਟਾ ਜਿਹਾ ਮੁੰਡਾ ਇੱਥੇ ਇਹਨਾਂ ਦਾ ਸੇਵਾ ਕਰਦਾ, ਬਿਲਕੁਲ ਨਿੱਕਾ ਜਿਹਾ, ਉਹ ਦਿਹਾੜੀ ਲਾਉਣ ਜਾਂਦਾ ਮਿਸਤਰੀ ਨਾਲ, ਉਹਦਾ ਦਾਨ ਵੀ ਕੱਢਦੇ ਆ। ਫਲਾਣਾ ਆ ਕੰਮ ਕਰ ਗਿਆ, ਉਹਦਾ ਦਾਨ ਵੀ ਕੱਢਦੇ ਆ। ਇਹ ਸਿਸਟਰ ਜੀ ਕਿਸੇ ਦੇ ਘਰ ਖਾਣਾ ਬਣਾਉਂਦੀ ਆ, ਉਹਦੇ ਵਿੱਚੋਂ ਵੀ ਦਾਨ ਪ੍ਰਭੂ ਦੇ ਗੱਲੇ ਵਿੱਚ ਕੀ ਕਰਦੀ ਆ। ਇਸ ਕਰਕੇ ਮੇਰੇ ਭੈਣ ਭਰਾ ਵੇਖੋ, ਇਹੋ ਜਿਹੇ ਪ੍ਰਭੂ ਦੇ ਦੀਵਾਨੇ ਵਾਲ ਵੇਖਿਆ ਕਰੋ। ਜੇ ਇਹ ਦਿੰਦੇ ਆ ਤੇ ਸਾਨੂੰ ਵੀ ਦੇਣ ਦੀ ਕੀ ਆ? ਜਿਨ੍ਹਾਂ ਘਰ 'ਚ 10 ਲੋਕ ਵੀ ਕਮਾਉਂਦੇ ਆ, ਤਾਂ ਵੀ ਉਹਨਾਂ ਨੇ 10 ਰੁਪਏ ਪਾਉਣੇ, ਆ ਲਓ ਆਮੀਨ, 10 ਹੀ ਹੋਰ ਨਹੀਂ ਹੈਗਾ। ਤਾਂ ਸਮਝ ਲਓ ਉਹ ਨਹੀਂ ਚਾਹੁੰਦੇ ਕਿ ਸਾਡਾ ਕਦੀ ਘਰ ਡਾਕਟਰਾਂ ਤੋਂ ਬਚੇ, ਨਸ਼ਿਆਂ ਤੋਂ ਬਚੇ। ਤੁਹਾਨੂੰ ਪਤਾ ਪ੍ਰਭੂ ਦੇ ਘਰ ਦੋਗੇ ਤੇ ਤੁਹਾਡੇ ਬੱਚੇ ਨਸ਼ਾ ਨਹੀਂ ਕਰਨਗੇ, ਤੁਹਾਡੇ ਲੜਾਈਆਂ ਦੇ ਪੈਸੇ ਨਹੀਂ ਲੱਗਣਗੇ, ਤੁਹਾਡੇ ਗਲਤ ਸਾਈਡ ਤੇ ਨਹੀਂ ਜਾਣਗੇ। ਕਿਉਂਕਿ ਮੈਂ ਇਲਾਕੇ 'ਚ ਲਿਖਿਆ, ਮੈਂ ਤੇਰੇ ਖਾਣ ਵਾਲੇ ਨੂੰ ਝਿੜਕਾਂਗਾ, ਤੇਰੇ ਬੀਜ ਅਫਲ ਨਹੀਂ ਰਹਿਣਗੇ। ਕਿਉਂਕਿ ਦੋਗੇ ਤੇ ਦਿੱਤਾ। ਇੱਕ ਭੈਣ ਵਿਧਵਾ ਮੇਰੇ ਕੋਲ ਹੋਰ ਸਾਹਮਣੇ ਮੇਰੇ ਬੇਟੀ ਆ ਕਵਲ, ਇਹ ਵੀ ਜਦੋਂ ਮੈਨੂੰ ਦਾਨ ਦਿੰਦੇ ਆ, ਇਹਨਾਂ ਨੇ ਮੈਨੂੰ ਪੈਕਿੰਗ ਕਰਕੇ ਦੇਣਾ ਹਰ ਵਾਰ। ਜਦੋਂ ਇਹਨਾਂ ਨੂੰ ਮਿਲਦਾ, ਮੈਂ ਸੋਚਦਾ ਇਹਨਾਂ ਨੂੰ ਮਿਲਦਾ ਕਿੱਥੋਂ ਪ੍ਰਭੂ? ਮੈਂ ਸੋਚਦਾ ਇਹ ਗੱਲ। ਫਿਰ ਵਿਧਵਾ ਇਹ ਰਾਸ਼ਨ ਲੈ ਕੇ ਆਉਂਦੇ, ਜਦੋਂ ਇਹਨਾਂ ਨੂੰ ਰਾਸ਼ਨ ਮਿਲਦਾ ਉਹ ਚੋਂ 10ਵਾਂ ਹਿੱਸਾ ਕੱਢ ਕੇ ਪ੍ਰਭੂ ਦੇ ਘਰ 'ਚ ਰਾਸ਼ਨ ਵੀ ਦੇ ਕੇ ਕੀ ਕਰਦੇ ਆ? ਕਿੰਨੇ ਲੋਕ ਸੁਣਦੇ? ਬੁੱਧਵਾਰ ਵੀ ਸਾਰੇ ਇੱਥੋਂ ਖਾਂਦੇ ਆ, ਕਿੰਨੇ ਲੋਕ ਆ ਕੇ ਜਾਂਦੇ ਆ। ਦੇਣ ਵਾਲਾ ਪ੍ਰਭੂ ਅੱਜ ਤੁਹਾਨੂੰ ਮਿਲ ਰਿਹਾ, ਤਾਂ ਤੁਸੀਂ ਵੀ ਗਾੜੀ ਪ੍ਰਭੂ ਨੂੰ ਕੀ ਕਰਨਾ? ਦੇਣਾ। ਬਾਈਬਲ 'ਚ ਲਿਖਿਆ ਹਲਦੀ ਦੀ ਪੁੜੀ ਤੋਂ ਲੈ ਕੇ ਤੇ ਮੁਰਗੀ ਦੇ ਆਂਡੇ ਤੱਕ ਤੁਹਾਡੇ ਸਾਰੇ ਦਸ਼ਵੰਧ ਪ੍ਰਭੂ ਦੇ ਘਰ ਵਿੱਚ ਆਉਣੇ ਕੀ ਆ? ਕੱਲਾ ਇਹ ਨਹੀਂ ਕਹਿਣਾ ਕਿ ਆਪਾਂ ਦੇਤਾ ਜੀ, ਦਸਵੰਧ ਦੇਤਾ, 2.5 ਘੰਟੇ ਪ੍ਰੇਅਰ ਵੀ ਦੇਣੀ। ਸਭ ਤੋਂ ਪਹਿਲਾਂ ਜੀਵਨ ਪ੍ਰਭੂ ਨੂੰ ਦੇਣਾ। ਪ੍ਰਭੂ ਜੀ ਕਰੇਗੇ 7 ਦਾ ਮਾਰਗ ਜਾਣ ਤੋਂ ਪਹਿਲਾਂ। ਜੇ ਜਾਣ ਬੁੱਝ ਕੇ ਪਾਪ ਕਰੋਗੇ, ਫਿਰ ਪਾਪਾਂ ਦੇ ਨਿਮਿਤ ਕੋਈ ਬਲੀਦਾਨ।
ਜਿਹਨੇ ਜਾਣ ਚੁੱਕਿਆ ਉਹਨਾਂ ਨੂੰ ਪਤਾ ਲੱਗ ਚੁੱਕਾ ਕਿ ਦੋਗੇ ਤੇ ਦਿੱਤਾ ਗਿਆ। हाँ मैं नेक्स्ट गवाही, हाँ हाँ हो रहा है जल्दी। हाँ जी हाँ जी हाँ जी हाँ जी, नारा मारना। हालेलुया 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 हालेलुया। तारीफ तारीफ तारीफ। मैं क्यों डरा, मैं क्यों डोला, मेरा जिंदा खुदा मेरे नाल गए। मेरा यहोवा मेरे नाल नाल रहंदा है, मेरा यहोवा मेरे नाल नाल रहंदा है। मैं क्यों डोला, मैं क्यों डोला, मेरा परमेश्वर मेरे नाल है। तारीफ करो जोर दे नाल। मैं क्यों डोला, मैं क्यों डरा, क्योंकि प्रभु साडे मंगन तो पहले की करता जानदा है। हाँ नेक्स्ट गवाही नेक्स्ट। कैमरे वाल देखो, थोड़ा ध्यान जूम कैमरे दे विच बिल्कुल। हाँ हाँ ਪ੍ਰੋਫਟ ਜੀ ਸਿਸਟਰ ਦਾ ਨਾਮ ਬੱਬੀ, ਪਿੰਡ ਬੱਲ ਕਲਾਂ। ਸਿਸਟਰ ਦੀ ਗਵਾਹੀ ਇਹਨਾਂ ਦੀ ਬੇਟੀ ਦੀ ਆ ਜਿਹਦਾ ਨਾਮ ਰੇਖਾ ਹੈ। ਪਿਛਲੇ ਐਤਕਾਂ ਦੇ ਬੁੱਧਵਾਰ ਦੀ ਗੱਲ, ਇਹਨਾਂ ਦੀ ਬੇਟੀ ਸੰਗਤ ਤੇ ਆਈ ਸੀ ਔਰ ਘਰੇ ਜਾ ਕੇ ਕਹਿੰਦੀ ਕਿ ਮੇਰੇ ਜੀਵਨ ਸਾਥੀ ਦੀਆਂ 2 ਗਵਾਹੀਆਂ ਬਣ ਗਈਆਂ ਤੇ ਮੇਰੀ ਗਵਾਹੀ ਜਿਹੜੀ ਨਹੀਂ ਬਣਦੀ। ਤੇ ਉਸ ਵਕਤ ਹੀ ਉਹਨੂੰ ਬਹੁਤ ਜ਼ਿਆਦਾ ਤੇਜ਼ ਬੁਖਾਰ ਹੋ ਗਿਆ। ਜਦ ਉਹਨੂੰ ਬੁਖਾਰ ਬਹੁਤ ਤੇਜ਼ ਹੋ ਗਿਆ ਤਾਂ ਉਹਦੇ ਦਿਮਾਗ ਨੂੰ ਇੰਝ ਹੋਇਆ ਕਿ ਜਿਵੇਂ ਸਿਰ ਨੂੰ ਬੁਖਾਰ ਜਿਹੜਾ ਚੜ ਗਿਆ। ਦੁਸ਼ਟ ਆਤਮਾ ਦਾ ਨਾਲ ਹੀ ਉਹਦੇ ਜੀਵਨ ਤੇ ਅਟੈਕ ਹੋ ਗਿਆ ਔਰ ਇਹ ਉਸ ਜਗ੍ਹਾ ਤੇ ਗਏ। ਇਹਨਾਂ ਜਾ ਕੇ ਪ੍ਰਭੂ ਦੀ ਦਾਸੀ ਨੂੰ ਫੋਨ ਲਗਾਇਆ। ਜਦ ਪ੍ਰਭੂ ਦੀ ਦਾਸੀ ਨੇ ਫੋਨ ਤੇ ਪ੍ਰਾਰਥਨਾ ਕੀਤੀ ਔਰ ਫੋਨ ਕਰਨ ਤੋਂ ਪਹਿਲਾਂ, ਪ੍ਰਾਰਥਨਾ ਕਰਾਉਣ ਤੋਂ ਪਹਿਲਾਂ ਬੱਚੀ ਦੁਸ਼ਟ ਆਤਮਾ ਬੋਲ ਰਿਹਾ ਸੀ ਕਿ ਮੇਰਾ ਵੱਡਾ ਆਪਰੇਟ ਹੋਇਆ, ਉਹ ਬੜਾ ਕੁਝ ਬੋਲ ਰਿਹਾ ਸੀ। ਪਰ ਜਦ ਪ੍ਰਭੂ ਦੀ ਦਾਸੀ ਨੇ ਪ੍ਰਾਰਥਨਾ ਕੀਤੀ, ਪ੍ਰਭੂ ਜੀ ਨੇ ਦਾਸ ਔਰ ਦਾਸੀ ਦੇ ਦੁਆਰਾ, ਵਚਨਾਂ ਦੇ ਦੁਆਰਾ ਉਸੇ ਵਕਤ ਇਹਨਾਂ ਦੀ ਬੱਚੀ ਨੂੰ ਦੁਸ਼ਟ ਆਤਮਾ ਦੇ ਅਟੈਕ ਤੋਂ ਆਜ਼ਾਦ ਕੀਤਾ ਔਰ ਬੁਖਾਰ ਤੋਂ ਵੀ ਆਜ਼ਾਦ ਕੀਤਾ। ਇਸ ਮਹਾਨ ਕਿਰਪਾ ਵਾਸਤੇ ਬੱਚੀ ਉਸ ਦਿਨ ਦੀ ਬਿਲਕੁਲ ਠੀਕ ਹੈ ਦੁਸ਼ਟ ਆਤਮਾ ਦੇ ਅਟੈਕ ਤੋਂ। ਪ੍ਰਭੂ ਜੀ ਦੇ ਦਾਸ ਔਰ ਦਾਸੀ ਦਾ ਦਿਲ ਤੋਂ ਜਦੋਂ ਅਨੈਂਟਿੰਗ ਆਇਲ ਲਗਾਇਆ ਉਸ ਤੋਂ ਬਾਅਦ ਵੋਮਟਿੰਗ। ਹਾਂਜੀ, ਉਸ ਤੋਂ ਬਾਅਦ ਜਦੋਂ ਇਹਨਾਂ ਆਇਲ ਲਗਾਇਆ ਔਰ ਉਹਨੂੰ ਉਲਟੀਆਂ ਆਈਆਂ। ਕਿੰਨੇ ਲੋਕ ਸੁਣਦੇ ਆ, ਕਿਉਂਕਿ ਮੈਂ ਖਾਣ ਤੋਂ ਨਹੀਂ, ਮੈਂ ਖਾਣ ਵਾਲੀ ਚੀਜ਼ ਨੂੰ ਫੜਾਂਗਾ ਜਿੱਥੇ ਉਹ ਸਹੀ ਨਹੀਂ ਬੋਲਿਆ ਜਾਏਗਾ। ਤੇ ਉਲਟੀਆਂ ਦੇ ਦੌਰਾਨ ਉਹ ਦੁਸ਼ਟ ਆਤਮਾ ਜਿਹੜਾ ਬੱਚੀ ਦੇ ਜੀਵਨ ਵਿੱਚੋਂ ਬਾਹਰ ਆਇਆ ਔਰ ਉਸ ਦਿਨ ਦੀ ਹੀ ਬੱਚੀ ਜਿਹੜੀ ਦੁਸ਼ਟ ਆਤਮਾ ਦੇ ਅਟੈਕ ਤੋਂ ਆਜ਼ਾਦ ਹੈ। ਇਸ ਮਹਾਨ ਕਿਰਪਾ ਵਾਸਤੇ ਪ੍ਰਭੂ ਜੀ ਦੇ ਦਾਸ ਔਰ ਦਾਸੀ ਦਾ ਦਿਲ ਤੋਂ ਧੰਨਵਾਦ ਸੁਣੋ ਧਿਆਨ ਦੇ ਕੇ। ਆਮੀਨ। ਇਹ ਦੱਸ ਰਿਹਾ ਕਿ ਜਦ ਚਰਚ ਦਾ ਅਨੈਂਟਿੰਗ ਆਇਲ ਰਿਪਲਾਈ ਕੀਤਾ ਸਲੀਬ ਦਾ ਨਿਸ਼ਾਨ ਬਣਾ ਕੇ, ਉਸੇ ਵੇਲੇ ਇਹ ਸਿਸਟਰ ਕੀ ਕਰਨ ਡੇ ਵੀ ਉਲਟੀਆਂ ਦੇ ਦੁਆਰਾ ਜੋ ਜਾਦੂ ਟੋਣਾ ਖਿਲਾਇਆ ਸੀ ਉਸ ਵਕਤ ਬਾਹਰ ਨਿਕਲਣਾ ਕੀ ਹੋ ਗਿਆ। ਵੇਖੋ ਕਮਾਲ ਦਾ ਚਰਚ ਔਰ ਕਮਾਲ ਦਾ ਸਾਡਾ ਅਨੈਂਟਿੰਗ ਆਇਲ। ਕਿੰਨੇ ਲੋਕ ਸੁਣਦੇ ਆ, ਤਾਰੀਫ ਕਰੋ ਪ੍ਰਭੂ ਦੀ ਜ਼ੋਰ ਦੇ ਨਾਲ, ਕਿਉਂਕਿ ਪ੍ਰਭੂ ਇੱਕ ਰੀਤੀ ਦੇ ਨਾਲ ਚੰਗਾ ਨਹੀਂ ਕਰਦਾ। ਤਾਰੀਫ ਕਰੋ ਤਾਰੀਫ ਕਰੋ ਤਾਰੀਫ ਕਰੋ ਜ਼ੋਰ ਦੇ ਨਾਲ। हाँ नेक्स्ट आगे अगली सेट। हाँ हाँ ਪ੍ਰੋਫਟ ਜੀ ਸਿਸਟਰ ਦਾ ਨਾਮ ਸੁਰਜੀਤ ਕੌਰ, ਪਿੰਡ ਵੇਗੇਵਾਲ ਤੋਂ ਆਇਆ। ਸਿਸਟਰ ਜੀ ਦੀ ਗਵਾਹੀ ਕਿ ਇਹਨਾਂ ਦਾ ਬੇਟਾ ਜਿਹੜਾ ਪਿਛਲੇ ਬੁੱਧਵਾਰ ਵੀ ਇਹਨਾਂ ਬਹੁਤ ਸਾਰੀਆਂ ਗਵਾਹੀਆਂ ਦਿੱਤੀਆਂ ਸੀ, ਬਹੁਤ ਸਾਰੀਆਂ ਪ੍ਰੋਬਲਮਾਂ ਤੋਂ। ਅੱਜ ਇਹਨਾਂ ਦੀ 5ਵੀਂ ਮੀਟਿੰਗ ਹੈ। ਪ੍ਰਭੂ ਜੀ ਨੇ ਇਹਨਾਂ 4 ਮੀਟਿੰਗਾਂ ਦੇ ਵਿੱਚ ਇਹਨਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਦਿੱਤਾ, ਦੁਸ਼ਟ ਆਤਮਾਵਾਂ ਤੋਂ ਆਜ਼ਾਦ ਕੀਤਾ ਔਰ ਇਹਨਾਂ ਦਾ ਬੇਟਾ ਜਿਹੜਾ 3 ਸਾਲ ਦਾ ਹੋ ਚੁੱਕਾ ਸੀ, ਉਸ ਤੋਂ ਬਾਅਦ ਇਹਨਾਂ ਨੂੰ ਬੇਬੀ ਬਲੈਸ ਨਹੀਂ ਸੀ ਹੋਇਆ। ਇਹ ਸਿਸਟਰ ਜੀ ਦੇ ਪਹਿਲਾਂ ਵੀ ਇੱਕ ਬੇਟਾ ਹੋਇਆ ਸੀ ਜਿਹਦੀ ਡੈਥ ਹੋ ਚੁੱਕੀ ਸੀ ਔਰ ਸਿਸਟਰ ਦੀ ਪ੍ਰੋਬਲਮ ਇਹ ਸੀ ਕਿ ਜਦ ਇਹ ਦਵਾਈ ਖਾਂਦੀ ਸੀ ਤੇ ਫਿਰ ਹੀ ਇਹਨਾਂ ਨੂੰ ਬੇਬੀ ਜਿਹੜਾ ਬਲੈਸ ਹੁੰਦਾ ਸੀ। ਇਸ ਵਾਰ ਜਦ ਇਹ ਇੱਥੇ ਰਹਿ ਰਹੀ ਸੀ ਤੇ ਪ੍ਰਭੂ ਦੀ ਦਾਸੀ ਨੇ, ਭੈਣ ਜਾਸੀ ਨੇ ਇਹਨੂੰ ਕਿਹਾ ਸੀ ਕਿ ਭੈਣ ਇਸ ਵਾਰ ਤੈਨੂੰ ਪ੍ਰਭੂ ਦਵਾਈ ਤੋਂ ਬਿਨਾਂ ਹੀ ਬਲੈਸ ਕਰੇਗਾ ਔਰ ਪ੍ਰਭੂ ਦੇ ਦਾਸਾਂ ਦੇ ਦੁਆਰਾ, ਵਚਨਾਂ ਦੇ ਦੁਆਰਾ ਪ੍ਰਭੂ ਜੀ ਨੇ ਉਸ ਵੱਡੇ ਬੰਧਨ ਨੂੰ ਤੋੜਿਆ ਜੋ ਦੁਸ਼ਟ ਆਤਮਾ ਦੇ ਕਾਰਨ ਇਹ ਬੱਚੀ ਦੇ ਜੀਵਨ 'ਚ ਪ੍ਰੋਬਲਮ ਹੁੰਦੀ ਸੀ। ਔਰ ਸਿਸਟਰ ਨੇ ਪਰਸੋਂ ਟੈਸਟ ਕੀਤਾ ਔਰ ਸਿਸਟਰ ਵੀ ਬਲੈਸ ਹੈ ਔਰ ਪ੍ਰਭੂ ਨੇ ਇਹਨੂੰ ਦਵਾਈ ਤੋਂ ਬਿਨਾਂ ਹੀ ਇਸ ਵਾਰ ਬਲੈਸ ਕੀਤਾ। ਇਸ ਮਹਾਨ ਕਿਰਪਾ ਵਾਸਤੇ ਆਪਣੇ ਪ੍ਰਭੂ ਜੀ ਔਰ ਪ੍ਰਭੂ ਜੀ ਦੇ ਦਾਸਾਂ ਦਾ ਜਿਹੜਾ ਵਧੀਆ ਤਰੀਕੇ ਸਿਖਾਉਂਦੇ, ਦਿਲ ਤੋਂ ਧੰਨਵਾਦ ਕਰਦੇ ਆ। ਸਭ ਭੈਣ ਭਾਈ ਜੋ ਦਾ ਤਾਰੀਫ ਕਰਾਂਗੇ। ਤਾਰੀਫ ਕਰੋ ਤਾਰੀਫ ਕਰੋ ਤਾਰੀਫ ਕਰੋ ਜ਼ੋਰ ਦੇ ਨਾਲ। ਹਾਲੇਲੂਇਆ
ਹਾਲੇਲੂਇਆ ਹਾਲੇਲੂਇਆ। ਸਾਰੇ ਭੈਣ ਭਾਈਆਂ ਜੈਮਸੀ ਦੀ, ਰੱਬ ਦੇ ਦਾਸਾਂ ਨੂੰ ਜੈਮਸੀ ਦੀ। ਓਵੇ ਯਾਰ ਬੱਚੇ ਕੀ ਕਰਨ ਡੇ ਆ? ਤੇਰਾ ਧਿਆਨ ਮੈਂ ਥੋੜੀ ਗਵਾਹੀ ਜੋ ਭੈਣ ਨੇ ਦੱਸ ਕੇ ਗਈ ਉਹ ਥੋੜੀ ਮੈਂ ਵੀ ਗਵਾਹੀ ਦੱਸਾਂਗੀ ਸਥਾਨ ਹੋਗਾ ਆਮ ਜਗ੍ਹਾ ਥੋੜੀ ਕਿ ਇਹਨਾਂ ਨੂੰ ਅੱਜ 20 ਕੁ ਦਿਨ ਹੋ ਗਏ ਇਸ ਗੱਲ ਨੂੰ, ਜਦੋਂ ਬਹੁਤ ਜ਼ਿਆਦਾ ਇਹਨਾਂ ਤੇ ਦੁਸ਼ਟ ਆਤਮਾ ਦਾ ਅਟੈਕ ਹੋਇਆ। ਇਹਨਾਂ ਨੇ ਪੂਰੀ ਰਾਤ ਹੀ ਸਾਡੀ ਨਗਾਈ, ਮਤਲਬ ਇਸ ਤਰ੍ਹਾਂ ਕਿ ਇਹਨੂੰ ਬਹੁਤ ਜ਼ਿਆਦਾ ਇਹਨੂੰ ਖੇਡ ਆਈ। ਸਾਡੇ ਘਰੇ ਰਹਿੰਦੀਆਂ ਸੀ 2 ਸਿਸਟਰਾਂ ਮੇਰੀਆਂ, ਸਾਡੇ ਘਰੇ ਰਹਿੰਦੀਆਂ ਸੀ। ਪਹਿਲਾਂ ਵੱਡੀ ਨਹੀਂ ਠੀਕ, ਉਹ ਵੀ ਬਹੁਤ ਜ਼ਿਆਦਾ ਉਹਨਾਂ ਨੂੰ ਵੀ ਖੇਡ ਆਉਂਦੀ ਸੀ, ਬਹੁਤ ਜ਼ਿਆਦਾ ਉਹ ਵੀ ਪਰੇਸ਼ਾਨ ਕਰਦੀ ਰਹੀ ਸਾਨੂੰ। 13 ਦਿਨ ਹੋਰ ਰਹੀ। ਉਸ ਤੋਂ ਬਾਅਦ ਉਹ ਅਜੇ ਇੱਥੇ ਹੀ, ਤੇ ਇਹਨੂੰ ਵੀ ਇੱਕ ਦਿਨ ਇਸ ਤਰ੍ਹਾਂ ਹੋਈ ਕਿ ਇਹਨੂੰ ਬਹੁਤ ਜ਼ਿਆਦਾ ਇਹਦੇ ਤੇ ਜ਼ੋਰ ਪੈ ਗਿਆ। ਇਹ ਵੀ ਖੇਡਣ ਲੱਗ ਪਈ ਰਾਤ 10:30 ਦਾ ਟਾਈਮ ਹੀ, ਦੁਆ ਕਰਨ ਬੈਠੇ ਸਾਰਾ ਪਰਿਵਾਰ, ਤੇ 11 ਕੁ ਵਜੇ ਇਹਨਾਂ ਨੂੰ ਖੇਡ ਸ਼ੁਰੂ ਹੋ ਗਈ। ਜਦੋਂ 11 ਵਜੇ ਇਹਨੂੰ ਖੇਡ ਸ਼ੁਰੂ ਹੋ ਗਈ ਤੇ ਅਸੀਂ ਕਿਹਾ ਵੀ ਕੋਈ ਗੱਲ ਨਹੀਂ। ਅਸੀਂ ਮੈਂ ਬੂਆ ਜੀ ਨੂੰ ਕੀਤਾ ਫੋਨ, ਤੇ ਸੰਤ ਵੀ ਨਹੀਂ ਘਰ, ਨਾ ਵੱਡੇ ਨਾ ਛੋਟੇ, ਤੇ ਬੂਆ ਜੀ ਘਰੇ ਸੀ। ਮੈਂ ਬੂਆ ਜੀ ਨੂੰ ਫੋਨ ਕਰਦੀ ਰਹੀ, ਤੇ ਨਾਲ ਮੈਂ ਇਹਨੂੰ ਪ੍ਰਾਰਥਨਾ ਕਰਦੇ ਰਹੀ ਸਾਰਾ ਪਰਿਵਾਰ। ਤੇ ਦੁਸ਼ਟ ਆਤਮਾ ਬਹੁਤ ਜ਼ਿਆਦਾ ਸਾਡੇ ਨਾਲ ਬਹੁਤ ਵਿੜਦਾ ਸੀ, ਬਹੁਤ ਜ਼ਿਆਦਾ ਬੋਲਦਾ ਸੀ, ਤੇ ਕਦੀ ਕਿਸੇ ਦਾ ਨਾਂ ਲਾਉਂਦਾ, ਕਦੀ ਕਿਸੇ ਦਾ, ਤੇ ਕਦੀ ਕੁਛ ਬੋਲੇ। ਤੇ ਮੈਂ ਕਿਹਾ ਹੁਣ ਕੀ ਕਰੀਏ? ਤੇ ਬੂਆ ਜੀ ਕਹਿੰਦੀ ਕੋਈ ਗੱਲ ਨਹੀਂ, ਸੰਤ ਆਉਣ ਵਾਲੇ, ਤੁਸੀਂ ਆਪਣੀ ਪ੍ਰਾਰਥਨਾ ਜਾਰੀ ਰੱਖੋ ਤੇ ਭੈਣ ਕੁਲਦੀਪ ਨੂੰ ਫੋਨ ਕਰੋ। ਮੈਂ ਇਹਨੂੰ ਫੋਨ ਕੀਤਾ, ਮੈਂ ਕਿਹਾ ਵੀ ਮੈਨੂੰ ਫੋਨ ਕਰਨੀ ਵੀ ਘਰ ਨੂੰ ਆ। ਇਹਨਾਂ ਦਾ ਫੋਨ ਹੀ ਨਾ ਇਹਨਾਂ ਚੁੱਕਿਆ। ਤੇ ਫਿਰ ਅਸੀਂ ਆਪ, ਮੇਰਾ ਜੀਵਨ ਸਾਥੀ ਮੇਰਾ ਬੇਟਾ, ਉਹ ਰਾਤ 12 ਕੁ ਵਜੇ ਨਾਲ ਗਏ, ਇਹਨਾਂ ਨੂੰ ਘਰੋਂ ਲੈ ਕੇ ਆਏ। ਫਿਰ ਦੋਵੇਂ ਜੀ ਅਸੀਂ, ਤੇ ਦੋਵੇਂ ਜੀ ਇਹ, ਅਸੀਂ ਸਾਰੀ ਰਾਤ ਹੀ ਲੱਗੇ ਰਹੇ। ਦੁਸ਼ਟ ਆਤਮਾ ਹਾਰਦਾ ਹੀ ਨਹੀਂ ਸੀ। ਉਹਦਾ ਇਰਾਦਾ ਸੀ ਕਿ ਮੈਂ ਜਿੱਤਾਂ, ਕਦੀ ਕਹੇ ਕਿ ਮੈਂ ਉਹਦਾ ਭੇਦ ਖੋਲਦਾ, ਉਹਦਾ ਭੇਦ ਖੋਲਦਾ। ਮੈਂ ਕਿਹਾ ਡੋਟਾ ਤੈਨੂੰ ਕਿੰਨੇ ਅਧਿਕਾਰ ਦਿੱਤਾ ਇਹ ਭੇਦ ਖੋਲਣ ਦਾ? ਮੈਂ ਕਿਹਾ ਸਾਡਾ ਪ੍ਰਭੂ ਖੋਲੇ ਭੇਦ, ਕਿਸੇ ਦਾ ਖੋਲੇ ਜਾਂ ਨਾ ਖੋਲੇ, ਤੂੰ ਨਹੀਂ ਕਿਸੇ ਦਾ ਭੇਦ ਖੋਲ ਸਕਦਾ। ਦੁਸ਼ਟ ਦਾ ਇਰਾਦਾ ਸੀ ਕਿ ਮੈਂ ਜਿੱਤਾਂ, ਤੇ ਅਸੀਂ ਕਹਿੰਦੇ ਹਾਂ ਕਿ ਨਹੀਂ, ਸਾਡਾ ਪ੍ਰਭੂ ਵੱਡਾ, ਸਾਡਾ ਪ੍ਰਭੂ ਜਿੱਤਣਾ ਚਾਹੀਦਾ, ਤੈਨੂੰ ਅਸੀਂ ਜਿੱਤਣ ਨਹੀਂ ਦੇਣਾ। ਬਹੁਤ ਜ਼ਿਆਦਾ ਇਹਨੇ ਆਪਣਾ ਜ਼ੋਰ ਲਾਇਆ, ਬਹੁਤ ਜ਼ਿਆਦਾ। ਪਰ ਅਸੀਂ ਵੀ ਪੂਰਾ, ਪ੍ਰਭੂ ਦੀ ਸਾਡੇ ਤੇ ਕਿਰਪਾ ਹੀ, ਅਸੀਂ ਵੀ ਪੂਰਾ ਆਪਣਾ, ਪ੍ਰਭੂ ਨੇ ਸਾਨੂੰ ਹਿੰਮਤ ਦਿੱਤੀ ਤੇ ਅਸੀਂ ਦੁਸ਼ਟ ਨੂੰ ਹਰਾਇਆ। ਦੁਸ਼ਟ ਹਾਰਿਆ, ਪ੍ਰਭੂ ਨੇ ਹਰਾਇਆ ਦੁਸ਼ਟ ਨੂੰ। ਅਸੀਂ ਸਾਰੀ ਰਾਤ ਹੀ ਲੱਗੇ ਰਹੇ। ਦੁਸ਼ਟ ਨੇ ਸਾਨੂੰ 3 ਵਜਾਏ, ਜਿਉਂ 11 ਵਜੇ ਤੋਂ ਇਹ ਸ਼ੁਰੂ ਹੋਈ ਤੇ 3 ਵਜੇ ਫਿਰ ਦੁਸ਼ਟ ਇਹਦੇ ਚੋਂ ਨਿਕਲਿਆ। ਦੁਸ਼ਟ ਨੇ ਖਲਾਸੀ ਕੀਤੀ ਇਹਦੀ। ਤੇ ਜਦ ਇਹਦੇ ਤੇ ਦੁਸ਼ਟ ਆਇਆ, ਬਹੁਤ ਕੁਝ ਬੋਲਦਾ। ਕਦੀ ਕਹਿੰਦੀ ਉਹਨੇ ਮੇਰੀ ਕੁੱਖ ਬੰਨੀ, ਉਹਨੇ ਕੁੱਖ ਬੰਨੀ। ਮੈਂ ਕਿਹਾ ਤੇਰੀ ਕਿਸੇ ਨੇ ਕੁੱਖ ਨਹੀਂ ਬੱਧੀ। ਮੈਂ ਕਿਹਾ ਪ੍ਰਭੂ ਦੇ ਘਰ 'ਚ ਹੁਣ ਤੂੰ ਆ ਗਈ ਨਾ, ਤੇ ਮੈਂ ਕਿਹਾ ਪ੍ਰਭੂ ਨੇ ਤੇਰੀ ਕੁੱਖ ਅੱਜ ਹੀ ਖੋਲ ਦਿੱਤੀ ਆ। ਵੇਖੀ ਤੈਨੂੰ ਪ੍ਰਭੂ ਨੇ ਹੁਣ ਇੱਥੋਂ ਬੱਚਾ ਮਿਲਣਾ, ਤੇਰਾ ਇੱਕ ਬੱਚਾ ਅੱਗੇ ਆ, ਤੇ ਇੱਕ ਤੂੰ ਹੋਰ ਚਾਹੁੰਦੀ ਆ। ਮੈਂ ਕਿਹਾ ਤੈਨੂੰ ਪ੍ਰਭੂ ਨੇ ਇੱਥੋਂ ਦੇਣਾ, ਤੇ ਹੁਣ ਮਤਲਬ ਚਰਚ 'ਚੋਂ ਮਿਲਣਾ ਬੇਟਾ, ਤੈਨੂੰ ਜੋ ਵੀ ਮਿਲਿਆ ਪ੍ਰਭੂ, ਧੀ ਦਵੇ ਪੁੱਤ ਦਵੇ, ਮੈਂ ਕਿਹਾ ਤੈਨੂੰ ਇੱਥੋਂ ਮਿਲਣਾ। ਤੇ ਉਹ ਬਾਅਦ ਵਿੱਚ ਇਸ ਤਰ੍ਹਾਂ ਹੋਇਆ ਕਿ ਉਹ ਦੁਸ਼ਟ ਆਤਮਾ ਇਹਦੇ ਚੋਂ ਜਦੋਂ ਨਿਕਲ ਗਿਆ ਦੁਸ਼ਟ ਆਤਮਾ, ਤੇ ਫਿਰ ਇਹਨੂੰ ਹੋ ਗਏ ਅੱਜ ਵਾਵਾ ਜੀ 5ਵੀਂ ਮੀਟਿੰਗ ਆ। ਤੇ ਉਸ ਤੋਂ ਬਾਅਦ ਨਾ ਤੇ ਇਹਨੂੰ ਖੇਡ ਹੀ ਆਈ। ਉਸੇ ਰਾਤ ਹੀ ਪ੍ਰਭੂ ਨੇ ਇਹਨੂੰ ਫ੍ਰੀ ਕਰ ਦਿੱਤਾ ਵਾ। ਨਾਲ ਹੀ ਸੰਤ ਪ੍ਰਾਰਥਨਾ ਕਰਦੇ ਰਹੇ ਫੋਨ ਤੇ, ਨਾਲ ਹੀ ਅਸੀਂ 4 ਜਣੇ ਲੱਗੇ ਰਹੇ, ਨਿਆਣੇ ਸਾਡੇ ਨਾਲ ਹੀ ਲੱਗੇ ਰਹੇ। ਅਸੀਂ ਸਾਰਿਆਂ ਮਿਲ ਕੇ ਦੁਸ਼ਟ ਨੂੰ ਹਰਾਇਆ। ਨਾਲ ਹੀ ਸੰਤਾਂ ਨੇ, ਨਾਲ ਹੀ ਅਸੀਂ ਸਾਰੇ ਪਰਿਵਾਰ ਨੇ, 6-7 ਜਣੇ ਨੇ, ਨਾਲ ਹੀ ਪ੍ਰਭੂ, ਅਸੀਂ ਸਾਰਿਆਂ ਨੇ ਮਿਲ ਕੇ ਤੇ ਦੁਸ਼ਟ ਨੂੰ ਹਰਾਇਆ। ਇਹਦੇ ਜੀਵਨ 'ਚੋਂ ਦੁਸ਼ਟ ਆਤਮਾ ਨਿਕਲਿਆ। ਉਸ ਤੋਂ ਬਾਅਦ ਇਹਦੇ ਜੀਵਨ 'ਚ ਕੋਈ ਦੁਸ਼ਟ ਦੀ ਇਹੋ ਜਿਹੀ ਚਲਾਕੀ ਨਹੀਂ ਚੱਲੀ ਤੇ ਖੇਡ ਨਹੀਂ ਆਈ। ਉਸ ਤੋਂ ਬਾਅਦ ਇਹ ਨਾ ਉਦੋਂ ਦੀ ਮੇਰੇ ਘਰੇ ਰਹਿਣ ਦੀ ਇਹ ਨਾ, ਥੋੜਾ ਇਹਨਾਂ ਦੇ ਘਰ ਦੇ ਵਿੱਚ ਬਹੁਤ ਜ਼ਿਆਦਾ ਦੁਸ਼ਟ ਦਾ ਜ਼ੋਰ ਆ, ਤੇ ਥੋੜਾ ਡਰਦੇ ਆ ਕਿ ਇੱਥੇ ਅਸੀਂ ਸਹੀ ਸਲਾਮਤ ਆ, ਤੇ ਘਰ ਜਾਣ ਤੋਂ ਥੋੜਾ ਡਰਦੇ। ਮੈਂ ਕਿਹਾ ਕੋਈ ਗੱਲ ਨਹੀਂ। ਇਹ ਥੋੜੇ ਕੱਲ ਪਰਸੋਂ ਗਈ ਘਰੇ ਗਏ ਤੇ ਘਰ ਜਾ ਕੇ ਸੌਂਗੇ। ਇਹਨਾਂ ਨੂੰ ਮੈਂ ਕਿਹਾ ਸੌਣਾ ਨਹੀਂ, ਘਰ ਜਾ ਕੇ ਦਵਾਈ ਕਰਨੀ, ਸੌਣਾ ਨਹੀਂ। ਇਹ ਜਾ ਕੇ ਸੌਂਗੇ ਤੇ ਦੁਸ਼ਟ ਆਤਮਾ ਦੇ ਇਹਦੇ ਤੇ ਅਟੈਕ ਹੋਇਆ, ਇਹਨੂੰ ਦੱਬਾ ਪੈ ਗਿਆ। ਤੇ ਦੱਬੇ ਦੇ ਵਿੱਚ ਇਹਨਾਂ ਦੁਸ਼ਟ ਨੇ ਬਹੁਤ ਇਹਨਾਂ ਨੂੰ ਜ਼ੋਰ ਮਾਰਿਆ। ਕਹਿੰਦੀ ਕਿ ਮੈਨੂੰ ਧੂ ਕੇ ਤੇ ਮੇਰਾ ਪੱਖੇ ਦੇ ਨਾਲ, ਉਹਨਾਂ ਪੱਖੇ ਦੇ ਵਿੱਚ ਜੋੜਾਂ ਦੇ ਨਾਲ ਹੱਥ ਲਾਤਾ, ਖਿੱਚ ਕੇ ਪੱਖੇ ਦੇ ਕੋਲ ਖੜਿਆ ਵਾ। ਫਿਰ ਪੱਖੇ ਦੇ ਨਾਲ ਕਹਿੰਦੀ ਜਦੋਂ ਜੋੜਾਂ ਤੇ ਹੱਥ ਲਾਤਾ, ਤੇ ਕਹਿੰਦੀ ਮੈਂ ਵੇਖਿਆ ਕਿ ਸੁਪਨੇ ਵਿੱਚ ਕਹਿੰਦੀ ਤੂੰ ਮੇਰੇ ਮਗਰੇ ਗਈ। ਮੈਂ ਕਿਹਾ ਮੈਂ ਨਹੀਂ ਗਈ, ਉਹ ਪ੍ਰਭੂ ਦੇ ਦੂਤ ਗਏ। ਕਹਿੰਦੀ ਤੂੰ ਮੇਰੇ ਮਗਰੇ ਗਈ, ਤੂੰ ਮੇਰੇ ਸਰਾਣੇ ਖਲੋਤੀ, ਤੂੰ ਪ੍ਰਭੂ ਦੀ ਅੱਗ ਮੰਗੀ, ਉੱਥੇ ਫਾਇਰ ਮੰਗੀ ਕਿ ਪ੍ਰਭੂ ਜੀ ਤੁਹਾਡੀ ਅੱਗ ਆਵੇ, ਤੁਹਾਡੀ ਫਾਇਰ ਆਵੇ। ਤੇ ਕਹਿੰਦੀ ਉਹ ਮੈਨੂੰ ਫਿਰ ਅੱਖਾਂ ਮੇਰੀਆਂ ਖੁੱਲੀਆਂ, ਤੇ ਕਹਿੰਦੀ ਮੈਂ ਵੀ ਇਹੋ ਲਫ਼ਜ਼ ਬੋਲਦੀ ਗਈ। ਅਜੇ ਇਹਨੂੰ ਪੂਰੀ ਪ੍ਰਾਰਥਨਾ ਨਹੀਂ ਆਉਂਦੀ, ਇਸ ਕਰਕੇ ਸਾਡੇ ਕੋਲ ਕਹਿੰਦੀ ਮੈਂ ਇਸ ਸਿੱਖ ਕੇ ਜਾਣੀ, ਜਿਸ ਤਰ੍ਹਾਂ ਤੁਸੀਂ ਬੋਲਦੇ ਮੈਂ ਵੀ ਸਿੱਖਾਂਗੀ। ਮੈਂ ਕਿਹਾ ਕੋਈ ਗੱਲ ਨਹੀਂ। ਕਹਿੰਦੀ ਜਿਸ ਤਰ੍ਹਾਂ ਫਿਰ ਸੁਪਨੇ 'ਚ ਤੂੰ ਇਸ ਤਰ੍ਹਾਂ ਬੋਲਣ ਦੀ, ਪ੍ਰਭੂ ਦਾ ਦੂਤ ਹੀ ਮੇਰੇ ਚਿਹਰੇ ਵਿੱਚ ਹੋ ਗਏ। ਉਹਨਾਂ ਨੇ ਉੱਥੇ ਅੱਗ ਸੁੱਟੀ ਦੁਸ਼ਟ ਤੇ, ਫਾਇਰ ਸੁੱਟੀ, ਤੇ ਦੁਸ਼ਟ ਆਤਮਾ ਤੋਂ ਇਹਦੇ ਜੀਵ ਨੂੰ ਛੱਡ ਕੇ ਗਿਆ। ਇਹ ਫਿਰ ਸ਼ਾਮਾਂ ਨੂੰ ਮੇਰੇ ਘਰੇ ਆ ਗਈ ਤੇ ਕਹਿੰਦੀ ਕਿ ਇਸ ਗੱਲ ਨੂੰ, ਅੱਜ ਪਿਛਲੇ ਸ਼ੁੱਕਰਵਾਰ ਦੀ ਗੱਲ, ਅੱਜ 10 ਦਿਨ ਹੋ ਗਏ ਆ, ਬੜਾ ਜ਼ਿਆਦਾ ਮੀਂਹ ਆਉਣ ਡਿਆ ਸੀ। ਤੇ ਸਵੇਰ ਤੋਂ ਸ਼ੁਰੂ ਹੋ ਗਿਆ ਸੀ, ਅਜੇ ਚਾਹ ਪੀਤੀ ਸਵੇਰ ਤੋਂ। ਤੇ ਮੈਂ ਕਿਹਾ ਕਿ ਇਹੋ ਹੀ ਟਾਈਮ ਆ ਸਾਡਾ, ਜਿਹੜਾ ਅਸੀਂ ਪਰਮੇਸ਼ਵਰ ਨੇ ਸਾਨੂੰ ਸਮਾਂ ਦਿੱਤਾ ਕਿ ਤੁਸੀਂ ਦੁਆ ਪ੍ਰਾਰਥਨਾ ਕਰੋ। ਇਹੋ ਜਿਹੇ ਮੀਂਹ ਦੇ ਵਿੱਚ ਮੈਂ ਕਿਹਾ ਅਸੀਂ ਕੋਈ ਕੰਮ ਤੇ ਹੋਰ ਕਰ ਨਹੀਂ ਸਕਦੇ, ਨਾ ਹੀ ਰੋਟੀ ਬਣਾ ਸਕਦੇ, ਨਾ ਕੋਈ ਕੰਮ ਕਰ ਸਕਦੇ। ਇਹੋ ਹੀ ਸਮਾਂ ਵਾ ਸਾਡੇ ਘਰ। ਜਿੰਨੇ ਪ੍ਰਾਹੁਣੇ ਇਹਨਾਂ ਵੀ ਇਹੋ ਕਿਹਾ ਕਿ ਇਹੋ ਸਮਾਂ ਜਿਹੜਾ ਅਸੀਂ ਪਰਮੇਸ਼ਵਰ ਦੇ ਨਾਲ ਗੁਜ਼ਾਰ ਸਕਦੇ ਆ। ਅਸੀਂ 2-2.5 ਘੰਟੇ, ਮੇਰੇ ਬੱਚਿਆਂ ਨੇ ਵੀ, ਅਸੀਂ ਸਾਰੇ ਪਰਿਵਾਰ ਨੇ ਨਾ ਪ੍ਰਾਰਥਨਾ 'ਚ ਬੈਠੇ। ਅਸੀਂ 2-2.5 ਘੰਟੇ ਪ੍ਰਾਰਥਨਾ ਕੀਤੀ, ਤੇ ਪ੍ਰਾਰਥਨਾ ਦੇ ਵਿੱਚ ਹੀ ਪ੍ਰਭੂ ਦੇ ਸਵਰਗ ਦੂਤ ਆਏ।
ਸਵਰਗਦੂਤ ਜਦੋਂ ਆਏ ਤਾਂ ਇੱਕ ਬੱਚਾ ਲੈ ਕੇ ਆਏ ਤੇ ਮੈਨੂੰ ਖੁਦ ਨਹੀਂ ਪਤਾ ਕਿ ਇਹ ਬੱਚਾ ਜਿਹੜਾ ਇਸ ਭੈਣ ਵਾਸਤੇ ਆਇਆ ਵਾ। ਮੈਂ ਕਹਿੰਨੀ ਕਿ ਹਾਲੇ ਤੇ 10-15 ਦਿਨ ਇਹਨੂੰ ਹੋਏ ਆ ਤੇ ਅਜੇ ਤੇ ਇਹਦਾ ਵਿਸ਼ਵਾਸ ਨਹੀਂ ਘਰੇ ਬੱਚਾ ਹੋਣਾ, ਮੈਨੂੰ ਖੁਦ ਨਹੀਂ ਪਤਾ। ਤੇ ਮੈਂ ਕਿਹਾ ਕਿ ਮੈਂ ਕਦੇ ਦਾ ਨਾ ਸਾਡੇ ਕਮਰੇ ਦੇ ਵਿੱਚ ਬੱਚਾ ਘੁੰਮੜਿਆ ਤੋਲੀਏ ਵਿੱਚ ਲਵੇਟਿਆ ਵਾ, ਮੈਂ ਕਿਸੇ ਨੂੰ ਦੱਸਿਆ ਨਹੀਂ। ਮੈਂ ਦੁਆ ਕਰਦੀ ਰਹੀ, ਮੈਂ ਵੇਂਦੀ ਰਹੀ। ਬਹੁਤ ਵਧੀਆ ਅਸੀਂ ਬੰਦਗੀ ਕੀਤੀ, ਸਾਰਿਆਂ ਨੇ ਵਰਸ਼ਿਪ ਕੀਤੀ, ਵਚਨ ਸਾਰਾ ਕੁਝ ਬਹੁਤ ਵਧੀਆ ਕੀਤੀ। ਤੇ ਮੁੜ ਕੇ ਨਾ ਉਹ ਬੜਾ ਚਿਰ ਅੰਦਰ ਹੀ ਬੱਚਾ ਜਿਹੜਾ ਮਤਲਬ ਘੁੰਮਦਾ ਰਿਹਾ ਸਾਡੇ ਤੇ ਕਮਰੇ ਵਿੱਚ ਪ੍ਰਭੂ ਦੇ ਸਵਰਗਦੂਤ ਲੈ ਕੇ ਤੇ ਗਏ। ਤੇ ਬਾਅਦ ਵਿੱਚ ਉਹਨਾਂ ਨੇ ਮੇਰੇ ਲਾਗੇ ਪਾਤਾ ਤੱਪੜ ਤੇ ਬੱਚਾ ਪਾਤਾ। ਤੇ ਮੈਂ ਨਾ ਇਹਨਾਂ ਨੂੰ ਦੁਆ ਜਦੋਂ ਸਮਾਪਤੀ ਕੀਤੀ ਤੇ ਇਹਨਾਂ ਨੂੰ ਮੈਂ ਦੱਸਿਆ, ਮੈਂ ਕਿਹਾ ਵੀ ਪਤਾ ਨਹੀਂ, ਮੈਂ ਕਿਹਾ ਅੱਜ ਨਾ ਮੈਂ ਛੋਟਾ ਬੱਚਾ ਵੇਖਿਆ ਵਾ ਸਾਡੇ ਕਮਰੇ ਦੇ ਵਿੱਚ, ਪ੍ਰਭੂ ਦੇ ਦੂਤ ਹੀ ਲੈ ਕੇ ਆਏ ਸੀ। ਮੈਂ ਕਿਹਾ ਤੌਲੀਏ ਚ ਲਵੇਟਿਆ ਵਾ ਤੇ ਮੈਂ ਕਿਹਾ ਬਾਅਦ ਵਿੱਚ ਉਹਨਾਂ ਨੇ ਮੇਰੇ ਲਾਗੇ ਤੱਪੜ ਤੇ ਪਾਤਾ। ਬਹੁਤ ਸੋਹਣਾ ਬੱਚਾ ਸੀ ਤੇ ਮੈਂ ਕਿਹਾ ਉਹਨਾਂ ਨੇ ਮੇਰੇ ਲਾਗੇ ਪਾਤਾ ਵਾ ਤੱਪੜ ਤੇ। ਮੈਂ ਕਿਹਾ ਸਰਜੀਤ ਮੈਨੂੰ ਤੇ ਇੰਜ ਲੱਗਦਾ ਕਿ ਬੱਚਾ ਸ਼ਾਇਦ ਉਹ ਤੇਰੇ ਲਈ ਪ੍ਰਭੂ ਨੇ ਘੱਲਿਆ ਵਾ। ਤੇ ਮੇਰੇ ਬੇਟੇ ਨੇ ਉਸੇ ਵੇਲੇ ਸਾਨੂੰ ਪਤਾ ਹੈ ਕਿ ਇੱਕ ਬੱਚਾ ਇਹ ਹੋਰ ਮੰਗਦੀ ਆ ਤੇ ਪ੍ਰਭੂ ਨੂੰ ਵੀ ਪਤਾ। ਮੈਂ ਪ੍ਰਭੂ ਕੋਲ ਡਰ ਕੇ ਕਹੀ ਮੈਂ ਕੋਈ ਝੂਠ ਨਹੀਂ ਬੋਲਦੀ, ਕਿਉਂਕਿ ਇਹ ਜਿਹੜੀ ਝੂਠੀ ਗਵਾਹੀ ਅਸੀਂ ਨਹੀਂ ਦੇ ਸਕਦੇ। ਪ੍ਰਭੂ ਦੀ ਬਾਈਬਲ ਦੇ ਵਿੱਚ ਵੀ ਲਿਖਿਆ ਅਸੀਂ ਝੂਠੀ ਗਵਾਹੀ ਨਹੀਂ ਦੇ ਸਕਦੇ, ਇਹ ਬਿਲਕੁਲ ਗਵਾਹੀ ਜਿਹੜੀ ਸੱਚ ਆ। ਤੇ ਮੈਂ ਨਾ ਕਿਹਾ, ਮੈਂ ਕਿਹਾ ਸਰਜੀਤ ਸ਼ਾਇਦ ਉਹ ਬੱਚਾ ਜਿਹੜਾ ਤੇਰੇ ਵਾਸਤੇ ਮੈਨੂੰ ਦਰਸ਼ਨ ਹੋਏ ਬੱਚੇ ਦੇ। ਤੇ ਮੇਰੇ ਬੇਟੇ ਨੇ ਉਸੇ ਵੇਲੇ ਇਹਨੂੰ ਕਹਿਤਾ, ਕਹਿੰਦਾ ਮਾਸੀ ਵਧਾਈ ਹੋਵੇ। ਇਹਨੇ ਵੀ ਗਾੜੀਆਂ ਕਹਿਤਾ, ਕਹਿੰਦੀ ਕਿ ਤੁਹਾਨੂੰ ਵਧਾਈਆਂ। ਉਹ ਸੱਚਮੁੱਚ ਭੈਣ ਭਾਈਓ ਅਸੀਂ ਯਕੀਨ ਸਾਨੂੰ ਹੈ ਵੀ ਆ ਤੇ ਅਸੀਂ ਵੀ ਕਹਿੰਦੇ ਕਿ ਵਾਕਈ ਪ੍ਰਭੂ ਨੇ ਉਹ ਕੰਮ ਨੂੰ ਕੀਤਾ। ਉਹ ਭੈਣ ਦਾ ਜਦੋਂ ਨਾ ਅੱਜ 10-15 ਦਿਨ ਉੱਪਰ ਹੋ ਗਏ, ਫਿਰ ਅਸੀਂ ਕਿਹਾ ਕਿ ਉਤਰਾ ਇਹਨਾਂ ਦਵਾਈ ਖਾਣੀ ਸੀ। ਤੇ ਅਸੀਂ ਜਦੋਂ ਕੱਲ ਟੈਸਟ ਕੀਤਾ ਤਾਂ ਵਾਕਈ ਭੈਣ ਜਿਹੜੀ ਆ ਬਿਲਕੁਲ ਬਲੈਸ ਆ, ਪ੍ਰਭੂ ਨੇ ਬਲੈਸ ਕੀਤਾ ਇਹਨੂੰ ਬੱਚੇ ਦੇ ਨਾਲ। ਤੇ ਨਹੀਂ ਤੇ ਇਹਦੇ ਮਤਲਬ ਦਵਾਈ ਖਾਣੀ ਪੈਂਦੀ ਹੈ ਇਹਨਾਂ ਨੂੰ। ਤੇ ਮੈਂ ਪ੍ਰਭੂ ਦਾ ਤੇ ਪ੍ਰਭੂ ਦੇ ਦਾਸਾਂ ਦਾ ਦਿਲ ਤੋਂ ਧੰਨਵਾਦ ਕਰਦੀ ਤੇ ਪ੍ਰਭੂ ਤੋਂ ਡਰ ਕੇ ਕਹਿੰਦੀ ਆ ਕਿ ਵਾਕਈ ਜੋ ਪ੍ਰਭੂ ਨੇ ਕੀਤਾ ਵਾ ਬਿਲਕੁਲ ਸਹੀ ਕੀਤਾ ਵਾ। ਸਾਰੇ ਭੈਣ ਭਾਈਆਂ ਨੂੰ ਜੈ ਮਸੀਹ ਦੀ, ਰੱਬ ਦੇ ਦਾਸਾਂ ਨੂੰ ਵੀ ਜੈ ਮਸੀਹ ਦੀ। ਤਾਰੀਫ ਕਰੋ ਸਾਰੇ ਜ਼ੋਰ ਦੇ ਨਾਲ, ਜ਼ੋਰ ਦੇ ਨਾਲ। ਗਵਾਈ हाँ करो जल्दी। हाँ जी हाँ जी, लास्ट करो जल्दी, टाइम बहुत ज़्यादा हो चुका। पिछली बार भी बहुत ज़्यादा टाइम, संडे बुधवार करा देंगे। हुण कोई गल नहीं, लास्ट करो बचन दा टाइम। सिस्टर का नाम मनप्रीत कौर, पिंड नाग कलां। सिस्टर की गवाही कि 6-7 महीने इन्हां दी मैरिज नूं हो चुके और 6-7 महीने तो ही इन्हां नूं जिहड़ी पीरियड्स प्रॉब्लम रहिंदी सी। 6 महीने ही लगातार इन्हों जड़े पीरियड्स नहीं सी आ रहे। फिर इन्हें 2 बारी दवाई भी लई नर्स कोलों, पर इन्हों कोई भी आराम जड़ा नहीं सी आ रहा। जब इन्हों के घरे उस जगह ते मीटिंग हुंदी सी, उत्थे प्रभु दे दास और दासी ने, मैं आप वेख्या ही, ले हैंड प्रार्थना की इन्हों के पेट उपर हाथ रख के, और 2 महीने तो प्रभु जी ने उस बंधन, 6 महीने के बंधन दास और दासी के द्वारा तोड़िया। और 2 महीने हो चुके सी। बहुत वधिया जड़े मंथ जड़े आ रहे इस महान किरपा वास्ते अपने प्रभु जी और प्रभु जी के दासां दा दिल तो धन्नवाद करदे, जिन्हां दे राहीं प्रभु जी वड्डे वड्डे काम करदे आ। जो डॉक्टर नहीं कर सकदे ओ साडा परमेश्वर साडे दासां दे द्वारा करदा है। सारे भैण भैन जय मसीह दी। तारीफ करो जोर दे नाल। जो लास्ट भजन होएगा ਉਹਦੇ ਦੌਰਾਨ ਹਦੀਆ ਲਿਆ ਜਾਏਗਾ। ਉਸ ਤੋਂ ਬਾਅਦ ਲਗਾਤਾਰ ਆਪਾਂ ਪ੍ਰਭੂ ਦੇ ਵਚਨਾਂ ਨੂੰ